छेवीं क्लास ਦੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ ਮੈਥ ਦਾ ਅਗਲਾ ਚੈਪਟਰ ਇਸ ਵੀਡੀਓ ਦੇ ਵਿੱਚ ਸਮਝਾਵਾਂਗੀ, ਪੂਰਨ ਸੰਖਿਆਵਾਂ। ਤੁਸੀਂ 5th ਕਲਾਸ ਤੱਕ ਬੱਚਿਓ ਗਿਣਤੀ ਪੜ੍ਹੀ ਹੈ, ਗਿਣਤੀ ਸਿੱਖੀ ਹੈ। ਪਿਛਲੇ ਅਧਿਆਇ ਦੇ ਵਿੱਚ ਅਸੀਂ ਗਿਣਤੀ ਨੂੰ, ਵੱਡੀਆਂ-ਵੱਡੀਆਂ ਸੰਖਿਆਵਾਂ ਨੂੰ ਕਿਵੇਂ ਲਿਖਣਾ ਹੈ, ਬੋਲਣਾ ਹੈ, ਪੜ੍ਹਨਾ ਹੈ, ਸਿੱਖਿਆ ਹੈ। ਇਸ ਚੈਪਟਰ ਦੇ ਵਿੱਚ ਅਸੀਂ ਪੂਰਨ ਸੰਖਿਆਵਾਂ ਦੇ ਬਾਰੇ ਸਿੱਖਾਂਗੇ। ਗਿਣਤੀ ਨੂੰ ਮੈਥ ਦੇ ਵਿੱਚ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਹਨ। ਮੈਥ ਵਿੱਚ ਇਹਦੀ ਕਿਹੜੀ ਵਰਡ ਹੈ, ਕਿਹੜਾ ਅਸੀਂ ਸ਼ਬਦ ਯੂਜ਼ ਕਰਨਾ ਹੈ? ਪ੍ਰਕਿਰਤਿਕ ਸੰਖਿਆਵਾਂ। ਇੰਗਲਿਸ਼ ਵਿੱਚ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਨੈਚੁਰਲ ਨੰਬਰ। ਗਿਣਤੀ ਕਿਹੜੀ? 1 2 3 4 5 ਕਿੱਥੋਂ ਤੱਕ? ਅਣਗਿਣਤ ਤੱਕ, ਇਨਫਿਨਿਟੀ ਤੱਕ। ਇਹ ਸਾਰੀ ਜਿਹੜੀ ਗਿਣਤੀ ਹੈ ਉਸ ਨੂੰ ਅਸੀਂ ਮੈਥ ਵਿੱਚ ਪ੍ਰਕਿਰਤਿਕ ਸੰਖਿਆਵਾਂ ਜਾਂ ਨੈਚੁਰਲ ਨੰਬਰ ਕਵਾਂਗੇ। ਜੇਕਰ ਇਸ ਗਿਣਤੀ ਦੇ ਵਿੱਚ 0 ਨੂੰ ਵੀ ਸ਼ਾਮਿਲ ਕਰ ਲਿਆ ਜਾਵੇ, ਮਤਲਬ ਜਿਹੜੀ ਗਿਣਤੀ 0 ਤੋਂ ਸਟਾਰਟ ਹੋ ਗਈ, 0 ਫਿਰ 1 ਫਿਰ 2 3 ਅਣਗਿਣਤ ਤੱਕ, ਇਸ ਸੰਖਿਆਵਾਂ ਨੂੰ ਪੂਰਨ ਸੰਖਿਆਵਾਂ ਆਖਦੇ ਹਨ। ਮੈਥ ਵਿੱਚ ਅਸੀਂ ਸੰਖਿਆਵਾਂ ਦੇ ਨਾਮ ਰੱਖਣੇ ਹਨ। 6ਵੀਂ ਕਲਾਸ ਦੇ ਵਿੱਚ 5ਵੀਂ ਤੱਕ ਤੁਸੀਂ ਸਿਰਫ ਸਿੰਪਲ ਸੰਖਿਆਵਾਂ ਨੂੰ ਕਿਵੇਂ ਜੋੜਨਾ ਹੈ, ਕਿਵੇਂ ਘਟਾਉਣਾ ਹੈ, ਮਲਟੀਪਲਾਈ ਕਿਵੇਂ ਕਰਨਾ ਹੈ, ਡਿਵਾਈਡ ਕਿਵੇਂ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਸਿੱਖ ਕੇ ਆਏ ਹੋ। ਹੁਣ ਅਸੀਂ 6ਵੀਂ ਕਲਾਸ ਮੈਥ ਵਿੱਚ ਇਹਨਾਂ ਸੰਖਿਆਵਾਂ ਨੂੰ ਦੇ ਵੱਖਰੇ ਵੱਖਰੇ ਨਾਮ ਰੱਖਣੇ ਹਨ। ਗਿਣਤੀ ਦਾ ਨਾਮ ਅਸੀਂ ਰੱਖ ਲੈਂਦੇ ਹਾਂ ਪ੍ਰਕਿਰਤਿਕ ਸੰਖਿਆਵਾਂ, ਅਤੇ ਜਦੋਂ ਗਿਣਤੀ ਦੇ ਵਿੱਚ 0 ਨੂੰ ਸ਼ਾਮਿਲ ਕਰ ਲਿਆ ਜਾਵੇ ਤਾਂ ਉਹ ਬਣ ਜਾਂਦੀਆਂ ਨੇ ਪੂਰਨ ਸੰਖਿਆਵਾਂ। ਹੁਣ ਇੱਕ ਡਾਇਗਰਾਮ ਦੇ ਵਿੱਚ ਵੀ ਅਸੀਂ ਇਸ ਨੂੰ ਦਰਸਾ ਸਕਦੇ ਹਾਂ। ਛੋਟਾ ਜਿਹੜਾ ਸਰਕਲ ਹੈ ਉਹ ਬਣਾਇਆ ਹੋਇਆ ਪ੍ਰਕਿਰਤਿਕ ਸੰਖਿਆਵਾਂ ਦਾ, ਜਿਹਦੇ ਵਿੱਚ 1 2 3 4 5 ਸਾਰੀਆਂ ਸੰਖਿਆਵਾਂ ਨੂੰ ਅਸੀਂ ਲਿਖ ਸਕਦੇ ਹਾਂ। ਪੂਰਨ ਸੰਖਿਆਵਾਂ, ਵੱਡਾ ਜਿਹੜਾ ਚੱਕਰ ਹੈ ਉਹਦੇ ਵਿੱਚ ਪੂਰਨ ਸੰਖਿਆਵਾਂ ਦੇ ਵਿੱਚ ਸਿਰਫ 0 ਨੂੰ ਲਿਖਿਆ ਹੋਇਆ। ਇਸ 0 ਦਾ ਮਤਲਬ ਹੈ 0 ਦੇ ਨਾਲ ਨਾਲ ਵੱਡੇ ਸਰਕਲ ਦੇ ਵਿੱਚ, ਵੱਡੇ ਚੱਕਰ ਦੇ ਵਿੱਚ ਇਹ ਸਾਰੀਆਂ ਸੰਖਿਆਵਾਂ ਵੀ ਸ਼ਾਮਿਲ ਹੋ ਰਹੀਆਂ ਨੇ। ਇਸ ਕਰਕੇ ਪੂਰਾ ਜਿਹੜਾ ਡਾਇਗਰਾਮ ਹੈ ਉਹ ਹੈ ਪੂਰਨ ਸੰਖਿਆਵਾਂ ਦਾ। ਹੁਣ ਵਿੱਚ ਵਾਲਾ ਜਿਹੜਾ ਡਾਇਗਰਾਮ ਹੈ ਉਹਦੇ ਵਿੱਚ ਸਿਰਫ ਅਸੀਂ ਪ੍ਰਕਿਰਤਿਕ ਸੰਖਿਆਵਾਂ ਲਿਖੀਆਂ ਹੋਈਆਂ ਨੇ। ਇੱਥੋਂ ਬੱਚਿਓ ਅਸੀਂ ਇਸ ਕੁਐਸਚਨ ਦੇ ਆਨਸਰ ਤੱਕ ਪਹੁੰਚਦੇ ਹਾਂ। ਕਈ ਵਾਰੀ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਹਰੇਕ ਪ੍ਰਕਿਰਤਿਕ ਸੰਖਿਆ, ਹਰੇਕ ਨੈਚੁਰਲ ਨੰਬਰ, ਕੀ ਉਹ ਹੋਲ ਨੰਬਰ ਹੈਗਾ? ਕੀ ਉਹ ਸਾਰਾ ਪੂਰਨ ਸੰਖਿਆਵਾਂ ਨੇ? ਹਰੇਕ ਪ੍ਰਕਿਰਤਿਕ ਸੰਖਿਆ ਕੀ ਉਹ ਪੂਰਨ ਸੰਖਿਆਵਾਂ ਨੇ? ਅਤੇ ਅਸੀਂ ਉਹਦਾ ਆਨਸਰ ਦੇਵਾਂਗੇ ਹਾਂ। ਜਦੋਂ ਛੋਟੇ ਸਰਕਲ ਤੋਂ ਵੱਡੇ ਸਰਕਲ ਵੱਲ ਜਾਵਾਂਗੇ ਕਿ ਸਾਰੀਆਂ ਪ੍ਰਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਨੇ, ਅਤੇ ਅਸੀਂ ਕਵਾਂਗੇ ਹਾਂ। ਦੂਸਰਾ ਕੁਐਸਚਨ ਕਿਵੇਂ ਦਾ ਆ ਸਕਦਾ ਹੈ ਕਿ ਸਾਰੀਆਂ ਪੂਰਨ ਸੰਖਿਆਵਾਂ, ਹਰੇਕ ਪੂਰਨ ਸੰਖਿਆ ਮਤਲਬ ਹੋਲ ਨੰਬਰ, ਕੀ ਉਹ ਪ੍ਰਕਿਰਤਿਕ ਸੰਖਿਆ ਹੈ ਜਾਂ ਨੈਚੁਰਲ ਨੰਬਰ ਹੈ? ਜਦੋਂ ਅਸੀਂ ਵੱਡੇ ਚੱਕਰ ਤੋਂ ਛੋਟੇ ਚੱਕਰ ਵੱਲ ਜਾਣਾ ਹੈ, ਹਰੇਕ ਪੂਰਨ ਸੰਖਿਆ ਪ੍ਰਕਿਰਤਿਕ ਸੰਖਿਆ ਹੁੰਦੀ ਹੈ, ਉਹਦਾ ਜਵਾਬ ਆਏਗਾ ਨਹੀਂ, ਕਿਉਂਕਿ 0 ਜਿਹੜਾ ਹੈ ਉਹ ਅੰਦਰ ਵਾਲੇ ਸਰਕਲ ਦੇ ਵਿੱਚ ਸਮਾ ਨਹੀਂ ਸਕਦਾ। ਅੰਦਰ ਵਾਲੇ ਸਰਕਲ ਦੇ ਵਿੱਚ ਸਿਰਫ ਗਿਣਤੀ ਹੈ ਜੋ ਕਿ ਪ੍ਰਕਿਰਤਿਕ ਸੰਖਿਆਵਾਂ ਹਨ। ਇਹਦੇ ਨਾਲ ਦੇ ਕੁਐਸਚਨ ਬੱਚਿਓ ਅਸੀਂ ਐਕਸਰਸਾਈਜ਼ ਵਿੱਚ ਸੋਲਵ ਕਰਾਂਗੇ। ਹੁਣ ਅਸੀਂ ਐਕਸਰਸਾਈਜ਼ 2.1 ਦਾ ਪਹਿਲਾ ਕੁਐਸਚਨ ਕਰਦੇ ਹਾਂ, ਜਿਹਦੇ ਵਿੱਚ ਅਸੀਂ ਛੋਟੇ ਛੋਟੇ ਪ੍ਰਸ਼ਨਾਂ ਦਾ ਉੱਤਰ ਦੇਣਾ ਹੈ। ਇਹਨੂੰ ਅਸੀਂ 1 ਵਰਡ ਆਨਸਰ ਵੀ ਕਹਿ ਸਕਦੇ ਹਾਂ। ਇੱਕ ਇੱਕ ਸ਼ਬਦਾਂ ਦੇ ਵਿੱਚ ਅਸੀਂ ਇਹਦਾ ਆਨਸਰ ਦੇਵਾਂਗੇ। ਸਭ ਤੋਂ ਛੋਟੀ ਪੂਰਨ ਸੰਖਿਆ ਲਿਖੋ। ਇਹ ਕੁਐਸਚਨ ਹੈ ਸਭ ਤੋਂ ਛੋਟੀ ਪੂਰਨ ਸੰਖਿਆ। ਅਤੇ ਤੁਸੀਂ ਜਾਣਦੇ ਹੋ ਕਿ ਜਿਹੜੇ ਨੈਚੁਰਲ ਪ੍ਰਕਿਰਤਿਕ ਸੰਖਿਆਵਾਂ ਨੇ ਉਹ ਗਿਣਤੀ ਹੈਗੀ ਹੈ 1 2 3 4 ਅਣਗਿਣਤ ਤੱਕ, ਅਤੇ ਜਿਹੜਾ ਹੋਲ ਨੰਬਰ ਹੈ ਪੂਰਨ ਸੰਖਿਆ ਉਹ ਸਟਾਰਟ ਹੁੰਦੀ ਹੈ 0 ਤੋਂ। ਬਸ ਇਹ 2 ਲਾਈਨਾਂ ਤੁਸੀਂ ਲਿਖ ਲੈਣੀਆਂ ਅਤੇ ਸਾਰੇ ਦੇ ਸਾਰੇ ਕੁਐਸਚਨ ਤੁਸੀਂ ਇੱਥੋਂ ਹੀ ਸੋਲਵ ਕਰ ਸਕਦੇ ਹੋ। ਹੁਣ ਸਭ ਤੋਂ ਛੋਟੀ ਪੂਰਨ ਸੰਖਿਆ ਲਿਖੋ। ਸਭ ਤੋਂ ਪੂਰਨ ਛੋਟੀ ਸੰਖਿਆ ਫਿਰ ਕਿਹੜੀ ਹੋਵੇਗੀ? 0, ਕਿਉਂਕਿ ਹੋਲ ਨੰਬਰ ਸਭ ਤੋਂ ਛੋਟਾ ਕਿਹੜਾ ਹੈ? 0। ਨੈਚੁਰਲ ਨੰਬਰ ਸਭ ਤੋਂ ਛੋਟਾ ਕਿਹੜਾ ਹੈ? 1। ਹੁਣ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ, ਉਹਦਾ ਆਨਸਰ ਅਸੀਂ 1 ਲਿਖ ਲਿਆ। ਅਗਲੇ ਕੁਐਸਚਨ ਦੇ ਵਿੱਚ ਪੂਰਨ ਸੰਖਿਆ ਵਿੱਚ 0 ਦਾ ਅਗੇਤਰ ਪੁੱਛਿਆ ਹੈ ਕਿ 0 ਦਾ ਅਗੇਤਰ ਕੀ ਹੈ? 0 ਤੋਂ ਅਗਲਾ ਅੰਕ ਕਿਹੜਾ ਹੈ? ਅਤੇ ਪੂਰਨ ਸੰਖਿਆਵਾਂ ਦੇ ਵਿੱਚ ਬੱਚਿਓ 0 ਤੋਂ ਅਗਲਾ ਅੰਕ ਕਿਹੜਾ ਹੈ? 1, ਅਤੇ ਅਸੀਂ ਲਿਖ ਲਿਆ 1। ਡੀ ਕੁਐਸਚਨ, ਪੂਰਨ ਸੰਖਿਆ ਵਿੱਚ 0 ਦਾ ਪਿਛੇਤਰ ਲਿਖੋ। ਹੁਣ ਅਸੀਂ 0 ਦਾ ਪਿੱਛੇ ਵਾਲਾ ਹਿੱਸਾ ਲਿਖਣਾ, ਪਿੱਛੇ ਵਾਲੀ ਸੰਖਿਆ ਲਿਖਣੀ ਹੈ। ਅਤੇ ਬੱਚਿਓ ਪੂਰਨ ਸੰਖਿਆ ਦੇ ਵਿੱਚ 0 ਜਿਹੜੀ ਹੈ ਸਭ ਤੋਂ ਛੋਟੀ ਸੰਖਿਆ ਹੈ, ਉਹਦੇ ਪਿੱਛੇ ਤਾਂ ਕੁਝ ਵੀ ਨਹੀਂ ਹੈਗਾ। ਇਸ ਕਰਕੇ ਅਸੀਂ ਲਿਖਾਂਗੇ ਕੋਈ ਨਹੀਂ, ਜਾਂ ਇਸ ਦਾ ਪਤਾ ਕਰਨਾ ਸੰਭਵ
नहीं है। ਹੁਣ अगला क्वेश्चन है सब तो वड्डी पूर्ण संख्या लिखो। ये भी पता करना संभव नहीं है क्योंकि गिनती जिहड़ी है 1 2 3 4 फिर 10 100 1000 ਲੱਖ ਕਰੋੜ ਅਰਬ ਖਰਬ ਮਿਲੀਅਨ ਬਿਲੀਅਨਸ ਟ੍ਰਿਲੀਅਨਸ ਤੱਕ ਜਾਂਦੀ ਹੈ। ਵੱਡੀ ਤੋਂ ਵੱਡੀ ਸੰਖਿਆ ਤੇ ਅਸੀਂ ਪਤਾ ਹੀ ਨਹੀਂ ਕਰ ਸਕਦੇ। ਫਿਰ ਅਸੀਂ ਲਿਖ ਸਕਦੇ ਹਾਂ ਸੰਭਵ ਨਹੀਂ। ਅੱਜ ਤੱਕ ਕਿਸੇ ਵੀ ਵਿਗਿਆਨੀ ਨੇ ਸਭ ਤੋਂ ਵੱਡੀ ਸੰਖਿਆ ਦੇ ਬਾਰੇ ਪਤਾ ਨਹੀਂ ਲਗਾਇਆ ਹੈ ਕਿਉਂਕਿ ਸੰਖਿਆਵਾਂ ਕਦੇ ਵੀ ਖਤਮ ਨਹੀਂ ਹੁੰਦੀਆਂ, ਗਿਣਤੀ ਕਦੇ ਵੀ ਖਤਮ ਨਹੀਂ ਹੁੰਦੀ। ਜਦੋਂ ਤੁਹਾਡੇ ਕੋਲ ਕੋਈ ਪੁੱਛੇ ਸਭ ਤੋਂ ਵੱਡੀ ਪ੍ਰਕਿਰਤਿਕ ਸੰਖਿਆ ਕਿਹੜੀ ਹੈ ਜਾਂ ਪੂਰਨ ਸੰਖਿਆ ਕਿਹੜੀ ਹੈ, ਤੁਸੀਂ ਬੱਚੋ ਲਿਖੋਗੇ ਸੰਭਵ ਨਹੀਂ। ਹੁਣ ਅਗਲੇ ਕੁਐਸਚਨ ਦੇ ਵਿੱਚ ਅਸੀਂ ਸਹੀ ਗਲਤ ਦੱਸਣਾ ਹੈ, ਉਹ ਵੀ ਬਿਲਕੁਲ ਇਸੇ ਟੌਪਿਕ ਦੇ ਉੱਪਰ ਆਧਾਰਿਤ ਹੈ ਜਿਸ 'ਚ ਪੂਰਨ ਸੰਖਿਆਵਾਂ ਅਤੇ ਪ੍ਰਕਿਰਤਿਕ ਸੰਖਿਆਵਾਂ ਦੇ ਬਾਰੇ ਪੁੱਛਿਆ ਹੋਏਗਾ। ਦੂਸਰੇ ਕੁਐਸਚਨ ਦੇ ਵਿੱਚ ਪਹਿਲਾ ਕੁਐਸਚਨ ਹੈ ਸਿਫਰ, ਸਿਫਰ ਮਤਲਬ ਜ਼ੀਰੋ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਹੈ ਤਾਂ ਨਹੀਂ, ਅਸੀਂ ਲਿਖਾਂਗੇ ਗਲਤ ਹੈ ਕਿਉਂਕਿ ਸਭ ਤੋਂ ਛੋਟੀ ਜਿਹੜੀ ਪ੍ਰਕਿਰਤਿਕ ਸੰਖਿਆ ਹੈ ਉਹ ਤਾਂ 1 ਹੈ। ਸਭ ਤੋਂ ਛੋਟੀ ਪੂਰਨ ਸੰਖਿਆ 0 ਹੈ। n मतलब नैचुरल नंबर प्राकृतिक संख्या, w ਦਾ ਮਤਲਬ ਹੋਲ ਨੰਬਰ ਮਤਲਬ ਪੂਰਨ ਸੰਖਿਆ। ਤੇ ਅਗਲੇ ਕੁਐਸਚਨ ਦੇ ਵਿੱਚ ਸਿਫਰ 0 ਸਭ ਤੋਂ ਛੋਟੀ ਪੂਰਨ ਸੰਖਿਆ ਹੈ ਤੇ ਬਿਲਕੁਲ ਠੀਕ ਲਿਖਿਆ ਹੋਇਆ, ਇਸ ਕਰਕੇ ਅਸੀਂ ਲਿਖਾਂਗੇ ਸਹੀ। ਅਗਲੇ ਕੁਐਸਚਨ ਦੇ ਵਿੱਚ ਹੈ ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਹੈ। ਦੇਖੋ ਪੂਰਨ ਸੰਖਿਆ ਦਾ ਜਿਹੜਾ ਚੱਕਰ ਸੀਗਾ ਉਹ ਵੱਡਾ ਸੀਗਾ, ਵੱਡੇ ਤੋਂ ਅਸੀਂ ਛੋਟੇ ਵਾਲੇ ਪਾਸੇ ਜਾ ਰਹੇ ਹਾਂ ਤੇ 0 ਤੇ ਛੋਟੇ ਵਿੱਚ ਆਂਦਾ ਹੀ ਨਹੀਂ ਹੈ, ਇਸ ਕਰਕੇ ਅਸੀਂ ਇਹਦਾ ਆਨਸਰ ਲਿਖਾਂਗੇ ਗਲਤ। ਹਰੇਕ ਪੂਰਨ ਸੰਖਿਆ ਇੱਕ ਪ੍ਰਕਿਰਤਿਕ ਸੰਖਿਆ ਨਹੀਂ ਹੈ। ਹੁਣ ਇਹਦਾ ਉਲਟਾ ਅਗਰ ਪੁੱਛਿਆ ਹੋਏ ਕਿ ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੈ ਤਾਂ ਅਸੀਂ ਉਹਦਾ ਜਵਾਬ ਸਹੀ ਲਿਖਾਂਗੇ ਕਿਉਂਕਿ ਪ੍ਰਕਿਰਤਿਕ ਸੰਖਿਆ ਵਾਲਾ ਅੰਦਰ ਵਾਲਾ ਚੱਕਰ, ਪੂਰਨ ਸੰਖਿਆ ਵਾਲਾ ਬਾਹਰ ਵਾਲਾ ਚੱਕਰ। ਤੇ ਪੁੱਛਿਆ ਪ੍ਰਕਿਰਤਿਕ ਸੰਖਿਆ ਤੇ ਪ੍ਰਕਿਰਤਿਕ ਤੋਂ ਉੱਪਰ ਵੱਲ ਨੂੰ ਜਾਓ, ਇਹ ਕੀ ਹੋ ਜਾਏਗਾ ਹਾਂ ਵਿੱਚ ਆਪਸ਼ਨ ਆ ਜਾਏਗੀ ਤੇ ਛੋਟਾ ਜਿਹੜਾ ਸਰਕਲ ਹੈ ਵੱਡੇ ਸਰਕਲ ਵਿੱਚ ਸਮਾ ਸਕਦਾ ਹੈ ਤੇ ਇਹਦਾ ਆਨਸਰ ਆ ਜਾਏਗਾ ਸਹੀ ਆਨਸਰ। ਅਗਲਾ ਕੁਐਸਚਨ ਹੈ ਇੱਕ ਸਭ ਤੋਂ ਛੋਟੀ ਪੂਰਨ ਸੰਖਿਆ ਹੈ। ਦੇਖੋ ਪੂਰਨ ਸੰਖਿਆ ਤਾਂ 0 ਤੋਂ ਸਟਾਰਟ ਹੁੰਦੀਆਂ ਨੇ, ਫਿਰ ਸਭ ਤੋਂ ਛੋਟੀ ਇੱਕ ਕਿੱਦਾਂ ਹੋ ਗਈ, ਇਸ ਕਰਕੇ ਇਹ ਕੁਐਸਚਨ ਦਾ ਆਨਸਰ ਹੋਏਗਾ ਗਲਤ। ਅਗਲਾ ਹੈ ਪ੍ਰਕਿਰਤਿਕ ਸੰਖਿਆਵਾਂ ਵਿੱਚ ਪ੍ਰਕਿਰਤਿਕ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਬਿਲਕੁਲ ਸਹੀ ਲਿਖਿਆ ਹੋਇਆ, ਪ੍ਰਕਿਰਤਿਕ ਸੰਖਿਆਵਾਂ ਤੇ 1 ਤੋਂ ਹੀ ਸਟਾਰਟ ਹੁੰਦੀਆਂ ਨੇ ਤੇ 1 ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈਗਾ, ਇਸ ਕਰਕੇ ਅਸੀਂ ਇੱਥੇ ਲਿਖ ਲਿਆ 1 ਤੋਂ ਪਹਿਲੇ ਕੁਝ ਵੀ ਨਹੀਂ ਹੈ, ਇਸ ਕਰਕੇ ਇਹਦਾ ਜਵਾਬ ਹੈ ਸਹੀ ਕਿ 1 ਦਾ ਕੋਈ ਵੀ ਪਿਛੇਤਰ ਨਹੀਂ ਹੁੰਦਾ। ਜਿੱਥੇ ਪੂਰਨ ਸੰਖਿਆ ਲਿਖਿਆ ਹੁੰਦਾ ਫਿਰ ਉੱਥੇ 1 ਦਾ ਪਿਛੇਤਰ 0 ਆਣਾ ਸੀਗਾ। ਅਗਲਾ ਕੁਐਸਚਨ ਕਰਦੇ ਹਾਂ। ਅਗਲਾ ਕੁਐਸਚਨ ਉਹੀ ਹੈ ਕਿ ਪੂਰਨ ਸੰਖਿਆਵਾਂ ਵਿੱਚ ਪੂਰਨ ਸੰਖਿਆ 1 ਦਾ ਕੋਈ ਪਿਛੇਤਰ ਨਹੀਂ ਹੁੰਦਾ। ਗਲਤ ਹੈ ਕਿਉਂਕਿ ਪੂਰਨ ਸੰਖਿਆਵਾਂ ਹੋਲ ਨੰਬਰ 0 1 ਤੇ 1 ਦਾ ਪਿਛੇਤਰ ਕੀ ਆ ਗਿਆ 0, ਇਸ ਕਰਕੇ ਇਹ ਲਾਈਨ ਜਿਹੜੀ ਹੈ ਗਲਤ ਲਿਖੀ ਹੋਈ ਹੈ। ਅਗਲਾ ਕੁਐਸਚਨ ਕਰਦੇ ਹਾਂ 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅਗੇਤਰ। ਹੁਣ 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਹੁੰਦੀ ਕਿਹੜੀ ਹੈ, ਉਹ ਹੁੰਦੀ ਹੈ 99 99। 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੁੰਦੀ ਹੈ 2 ਅੰਕਾਂ ਦਾ ਅਗੇਤਰ। ਹੁਣ ਇਹਦਾ ਅਗਰ ਅਗੇਤਰ ਅਸੀਂ ਲਿਖੀਏ ਉਹ ਆਏਗਾ 100 ਤੇ 100 ਕੀ ਹੈ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ। ਇਹ ਕੀ ਹੈ 99 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ, ਇਸ ਕਰਕੇ ਬਿਲਕੁਲ ਸਹੀ ਲਿਖਿਆ ਹੋਇਆ ਹੈ ਕਿ 2 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੁੰਦੀ ਹੈ। ਅਗਲਾ ਕੁਐਸਚਨ ਆਈ 2 ਅੰਕਾਂ ਦਾ ਸੰਖਿਆ ਦਾ ਅਗੇਤਰ। ਹੁਣ 2 ਅੰਕਾਂ ਦੀ ਸੰਖਿਆ ਦਾ ਅਗੇਤਰ ਹਮੇਸ਼ਾ 2 ਅੰਕਾਂ ਦੀ ਸੰਖਿਆ ਹੁੰਦੀ ਹੈ। ਹੁਣ ਵੱਡੀ ਛੋਟੀ ਸਾਨੂੰ ਨਹੀਂ ਪੁੱਛਿਆ ਤੇ 2 ਅੰਕਾਂ ਦੀ ਸੰਖਿਆ ਬਣਾ ਲੈਂਦੇ ਆ। 2 ਅੰਕਾਂ ਦੀ ਸਭ ਤੋਂ ਛੋਟੀ ਬਣਾ ਲਈ 10 ਤੇ ਸਭ ਤੋਂ ਵੱਡੀ ਬਣਾ ਲੈਂਦੇ ਆ 99। 2 ਸੰਖਿਆਵਾਂ ਲਿਖ ਲੀਆਂ। ਹੁਣ ਉਹਦਾ ਅਗੇਤਰ ਪੁੱਛਿਆ ਆ, ਇਹਦਾ ਅਗੇਤਰ 11 ਜੋ ਕਿ 2 ਅਕਸ਼ਰਾਂ ਦਾ ਹੁੰਦਾ ਹੈ 2 ਅੰਕਾਂ ਦਾ। ਇਹਦਾ ਅਗਰ ਅਸੀਂ ਅਗੇਤਰ ਲਿਖਾਂਗੇ 99 ਦਾ ਉਹ ਤਾਂ ਅਸੀਂ 100 ਲਿਖਾਂਗੇ, ਉਹਦੇ 3 ਅੰਕ ਬਣ ਗਏ, ਇਸ ਕਰਕੇ ਇੱਥੇ ਲਿਖਿਆ ਹੋਇਆ ਹਮੇਸ਼ਾ 2 ਅੰਕਾਂ ਦੀ ਸੰਖਿਆ ਹੁੰਦੀ ਹੈ ਤੇ ਗਲਤ ਲਿਖਿਆ ਹੋਇਆ ਕਿਉਂਕਿ 99 ਜਿਹੜਾ ਹੈ 2 ਅੰਕਾਂ ਦੀ, ਇਹ ਬਣ ਗਈ 3 ਅੰਕਾਂ ਦੀ ਸੰਖਿਆ। ਅਗੇਤਰ ਇਸਦਾ 3 ਅੰਕਾਂ ਵਾਲਾ ਆ ਗਿਆ, ਇਸ ਕਰਕੇ ਇਹ ਲਾਈਨ ਜਿਹੜੀ ਹੈ ਗਲਤ ਲਿਖੀ ਹੋਈ ਹੈ। ਅਗਲਾ ਕੁਐਸਚਨ ਹੈ ਜੇ ਦੇ ਵਿੱਚ ਦੱਸਣਾ ਕਿ ਸਹੀ ਕਿਹੜਾ ਤੇ ਗਲਤ ਕਿਹੜਾ। 299 ਦਾ ਪਿਛੇਤਰ 300 ਹੈ। ਜਦੋਂ ਅਸੀਂ ਗਿਣਤੀ ਲਿਖਦੇ ਹਾਂ 299, ਇਸ ਤੋਂ ਅਗਲਾ 300 ਤੇ ਇਸ ਤੋਂ ਪਿਛਲਾ 299,
ਉਹਨਾਂ ਨੇ ਕੀ ਪੁੱਛਿਆ ਹੈ? ਪਿਛੇਤਰ। ਕੀ 299 ਦਾ ਪਿਛੇਤਰ 300 ਹੈ? ਇੱਥੇ ਤਾਂ ਆ ਰਿਹਾ ਸਾਡੇ ਕੋਲ 298, ਇਸ ਕਰਕੇ ਲਾਈਨ ਜਿਹੜੀ ਆ ਗਲਤ ਲਿਖੀ ਹੋਈ ਹੈ। ਕੇ ਕੁਐਸਚਨ ਕਰਾਂਗੇ, 499 ਦਾ ਅਗੇਤਰ 500 ਹੈ, ਤੇ ਬਿਲਕੁਲ ਠੀਕ ਲਿਖਿਆ ਹੋਇਆ। 499 ਤੋਂ ਬਾਅਦ ਅਗਲੀ ਗਿਣਤੀ ਕਿਹੜੀ ਹੁੰਦੀ ਹੈ? 500। ਐਲ ਕੁਐਸਚਨ ਕਰਦੇ ਹਾਂ, 2 ਅੰਕਾਂ ਦੀ ਸੰਖਿਆ ਦਾ ਪਿਛੇਤਰ। ਹੁਣ 2 ਅੰਕਾਂ ਦੀ ਸੰਖਿਆ ਦੇ ਪਿਛੇਤਰ ਬਾਰੇ ਪੁੱਛਿਆ ਹੈ। ਪਹਿਲੇ 2 ਅੰਕਾਂ ਦੀਆਂ ਸੰਖਿਆਵਾਂ ਲਿਖ ਲੈਂਦੇ ਹਾਂ। ਇੱਕ ਤਾਂ ਹੁੰਦੀ ਹੈ ਸਭ ਤੋਂ ਛੋਟੀ 10, ਤੇ ਵੱਡੀ ਤੋਂ ਵੱਡੀ ਲਿਖੀਏ ਤੇ ਉਹ ਹੋ ਗਈ 99। ਪਿਛੇਤਰ ਪੁੱਛਿਆ ਹੈ, ਇਹਦਾ ਅਗਰ ਪਿਛੇਤਰ ਲਿਖਾਂਗੇ ਤੇ 9 ਆਏਗਾ, ਇਹਦਾ ਪਿਛੇਤਰ ਲਿਖਾਂਗੇ ਤਾਂ 99 ਆਏਗਾ। ਹੁਣ ਕੁਐਸਚਨ ਵਿੱਚ ਕੀ ਹੈ? ਕਦੇ ਵੀ ਇੱਕ ਅੰਕਾਂ ਦੀ ਸੰਖਿਆ ਨਹੀਂ ਹੁੰਦਾ, ਲੇਕਿਨ 10 ਦਾ ਪਿਛੇਤਰ ਤੇ ਆ ਗਿਆ 1 ਅੰਕ ਵਾਲਾ, 1 ਅੰਕ ਆ ਗਿਆ ਨਾ ਵਿੱਚ, ਇਸ ਕਰਕੇ ਲਾਈਨ ਕਿਹੜੀ ਲਿਖੀ ਹੋਈ ਹੈ? ਗਲਤ ਲਿਖੀ ਹੋਈ ਹੈ। ਹੁਣ ਅਸੀਂ ਅਗਲਾ ਕੁਐਸਚਨ ਕਰਾਂਗੇ। ਥਰਡ ਕੁਐਸਚਨ, ਹੇਠਾਂ ਲਿਖਿਆਂ ਵਿੱਚੋਂ ਹਰੇਕ ਦਾ ਅਗੇਤਰ ਦੱਸੋ। ਅਗੇਤਰ ਮਤਲਬ ਸਕਸੈਸਰ, ਅਗਲੀ ਸੰਖਿਆ ਦੱਸਣੀ ਅਸੀਂ। ਅਗੇਤਰ ਵੇਲੇ ਬੱਚੇ ਤੁਸੀਂ ਕੀ ਕਰਨਾ ਹੈ? +1 ਕਰੀ ਜਾਣਾ ਹੈ, ਉਹਦੇ ਵਿੱਚ ਜਮਾ 1 ਕਰੀ ਜਾਓ, ਕਿਉਂਕਿ ਜੇ ਵੱਡੀਆਂ ਵੱਡੀਆਂ ਸੰਖਿਆਵਾਂ ਹੋਣਗੀਆਂ ਉਹਦੇ ਵਿੱਚ ਤੁਸੀਂ +1 ਕਰੀ ਜਾਓਗੇ ਤੇ ਤੁਹਾਡਾ ਈਜ਼ੀਲੀ ਆਨਸਰ ਆ ਜਾਏਗਾ। ਜਿਵੇਂ ਕਿ ਪਹਿਲੀ ਸੰਖਿਆ ਹੈ, ਉਹਦਾ ਅਗੇਤਰ ਲਿਖਣਾ ਹੈ। 2 ਅਕਸ਼ਰ ਲੈ ਲਓ ਭਾਵੇਂ, ਆ ਦੇਖੋ 2 ਅਕਸ਼ਰ ਹੈ, 9 ਤੋਂ ਫਿਰ ਅਗਲਾ ਕੀ ਹੋਏਗਾ? 10 ਹੋਏਗਾ, ਤੇ 09 ਦੀ ਜਗ੍ਹਾ ਤੇ ਤੁਸੀਂ 1 ਤੇ 0 ਲਿਖ ਦਿਓ, ਜਾਂ ਤੁਸੀਂ +1 ਕਰਕੇ ਲਿਖ ਲਓ। 100,909 ਦੇ ਵਿੱਚ 1 ਪਲੱਸ ਕੀਤਾ, ਇਹ ਆ ਗਿਆ ਸਾਡੇ ਕੋਲ, ਦੁਬਾਰਾ ਲਿਖ ਲੈਂਦੇ ਹਾਂ ਅਸੀਂ ਇਹਨੂੰ ਪਲੱਸ ਕਰਕੇ ਦੇਖ ਲੈਂਦੇ ਹਾਂ। 909 ਦੇ ਵਿੱਚ 1 ਪਲੱਸ ਕੀਤਾ, ਇਹ ਆ ਗਿਆ 10, 1 ਦਾ ਕੈਰੀਅਰ ਆ ਗਿਆ 19001। ਕਿਹੜਾ ਆਨਸਰ ਆ ਗਿਆ? 910 ਵਾਲਾ। ਇਹਨੂੰ ਅਗਰ ਅਸੀਂ ਪੜ੍ਹਨਾ ਹੋਵੇ ਤੇ ਅਸੀਂ ਬੋਲਾਂਗੇ 1,09,10। 1,09,09 ਤੋਂ ਬਾਅਦ ਕੀ ਆਏਗਾ ਅਗੇਤਰ? 1,09,10। ਇਸੇ ਤਰ੍ਹਾਂ ਬੱਚਿਓ ਅਗਲਾ ਕੁਐਸਚਨ ਅਸੀਂ ਕਰ ਲੈਣਾ। ਸਾਰਿਆਂ ਦੇ ਵਿੱਚ 1 ਜਮ੍ਹਾਂ ਕਰੀ ਜਾਇਓ ਤੇ ਤੁਹਾਡਾ ਆਨਸਰ ਆ ਜਾਏਗਾ। ਅਗੇਤਰ ਦਾ ਮਤਲਬ ਹੁੰਦਾ ਹੈ 1 ਜਮ੍ਹਾਂ ਕਰ ਲੈਣਾ। ਅਗਲੇ ਕੁਐਸਚਨ ਦੇ ਵਿੱਚ ਅਸੀਂ ਪਿਛੇਤਰ ਦੱਸਣਾ। ਪ੍ਰੀਡੈਸਰ ਉਹਦਾ ਮਤਲਬ ਹੈ ਸਾਰਿਆਂ ਦੇ ਵਿੱਚੋਂ ਜੋ ਵੀ ਤੁਹਾਨੂੰ ਰਕਮ ਦਿੱਤੀ ਹੋਈ ਹੈ ਉਹਦੇ ਵਿੱਚੋਂ 1 ਘਟਾਈ ਜਾਣਾ। 1 ਘਟਾ ਕੇ ਤੁਸੀਂ ਆਪਣਾ ਆਨਸਰ ਲਿਖ ਦੋਗੇ। 1000 ਵਿੱਚੋਂ 1 ਘਟਾਇਆ 999। ਇਸ ਤਰ੍ਹਾਂ ਇੱਥੇ 90 ਸੀਗਾ, ਆਖਰੀ 2 ਅਕਸ਼ਰ 90 ਆ, 89 ਆ ਗਿਆ। ਇੱਥੇ ਆਖਰੀ ਦੋਨੋਂ ਅਕਸ਼ਰ 21 ਹੈਗੇ ਨੇ, 20 ਲਿਖ ਲਿਆ। 76 ਹੈ ਤੇ 76 ਦਾ 75 ਆ ਗਿਆ, ਮਤਲਬ ਪਿਛਲੇ ਵਾਲਾ ਅੰਕ ਅਸੀਂ ਲਿਖ ਦੇਵਾਂਗੇ। ਨਹੀਂ ਤਾਂ ਤੁਸੀਂ ਰਕਮ ਲਿਖ ਕੇ ਉਹਦੇ ਵਿੱਚੋਂ 1 ਘਟਾਈ ਜਾਇਓ। ਅਗਲਾ ਇੱਕ ਬੜੀ ਸੋਹਣੀ ਐਕਟੀਵਿਟੀ ਹੈਗੀ ਹੈ, ਬਹੁਤ ਮਜ਼ੇਦਾਰ, ਕਿ ਹੇਠਾਂ ਲਿਖੀਆਂ ਸੰਖਿਆਵਾਂ ਨੂੰ ਅਸੀਂ ਸੰਖਿਆ ਰੇਖਾ ਤੇ ਦੱਸਣਾ ਹੈ। ਤੁਸੀਂ ਕੀ ਕਰੋਗੇ? ਇੱਕ ਲਾਈਨ ਲੰਬੀ ਜਿਹੀ ਸਕੇਲ ਦੇ ਨਾਲ ਇੱਕ ਲਾਈਨ ਲਗਾ ਲਓ, ਦੋਨੋਂ ਪਾਸੇ ਤੀਰ ਦਾ ਨਿਸ਼ਾਨ ਲਗਾ ਲਓ, ਮਤਲਬ ਵਧਾ ਲਈ ਅਸੀਂ ਲਾਈਨ। ਫਿਰ ਉਹਦੇ ਤੇ ਤੁਸੀਂ ਗਿਣਤੀ ਲਿਖਣੀ ਹੈ 0 ਤੋਂ ਸਟਾਰਟ ਕਰਕੇ। 0 1 2 3 4 5 6 ਕਿੱਥੋਂ ਤੱਕ ਲਿਖੋਗੇ? ਜਿਸ ਤਰ੍ਹਾਂ ਇੱਥੇ ਸਭ ਤੋਂ ਛੋਟੀ ਸੰਖਿਆ 0 ਹੈ, 0 ਤੋਂ ਸਟਾਰਟ ਕਰ ਦਿਓ। ਸਭ ਤੋਂ ਵੱਡੀ 15 ਹੈ ਤੇ ਭਾਵੇਂ 15 ਤੱਕ ਤੁਸੀਂ ਲਿਖ ਲਓ, ਵੱਧ ਵੀ ਤੁਸੀਂ ਲਿਖ ਸਕਦੇ ਹੋ। ਫਿਰ ਉਹਦੇ ਵਿੱਚ ਜਿੱਥੇ 2 ਹੈ 2 ਲੱਭ ਲਓ, 2 ਕਿੱਥੇ ਲਿਖਿਆ ਹੋਇਆ ਉਹਨੂੰ ਗੋਲ ਚੱਕਰ ਲਗਾ ਲਓ, ਉਹਦੇ ਉੱਪਰ ਸਰਕਲ ਬਣਾ ਲਓ। ਫਿਰ 0 ਹੈ ਤੇ 0 ਤੇ ਚੱਕਰ ਬਣਾ ਲਿਆ। 3 ਹੈ ਤੇ ਇਹਦੇ ਵਿੱਚੋਂ 3 ਲੱਭ ਲੈਣੀ ਆ ਕਿ ਸੰਖਿਆ ਰੇਖਾ ਤੇ ਅਸੀਂ ਹੇਠ ਲਿਖੇ ਨੰਬਰਾਂ ਨੂੰ ਇਵੇਂ ਦਰਸਾ ਸਕਦੇ ਹਾਂ। 5 ਹੈ ਤੇ 5 ਇੱਥੇ ਕਿ ਜੀ ਆਏਗਾ, 7 ਇੱਥੇ ਆਏਗਾ। ਬਸ ਤੁਸੀਂ ਬੱਚੋ ਯਾਦ ਰੱਖਣਾ ਆ ਕਿ ਜਦੋਂ ਵੀ ਸੰਖਿਆ ਰੇਖਾ ਬਣਾਓਗੇ ਨਾ, ਇਹ ਡਿਫਰੈਂਸ ਬਿਲਕੁਲ ਬਰਾਬਰ ਲੈਣੇ ਆ। 0 ਤੋਂ 1 ਜਿੰਨੀ ਦੂਰੀ ਹੋਣੀ ਚਾਹੀਦੀ ਹੈ, 1 ਤੋਂ 2 ਵੀ ਓਨੀ, 2 ਤੋਂ 3 ਵੀ ਓਨੀ, 3 ਤੋਂ 4 ਵੀ ਉਹਨੂੰ, ਬਿਲਕੁਲ ਅਸੀਂ ਬਰਾਬਰ ਦੀ ਦੂਰੀ ਲੈ ਕੇ ਪੁਆਇੰਟਸ ਲਗਾ ਕੇ ਫਿਰ ਉਹਦੇ ਤੇ ਗਿਣਤੀ ਲਿਖਣੀ ਹੈ। 0 ਤੋਂ ਸਟਾਰਟ ਕਰ ਲਿਓ, 0 1 2 3 ਕਿੱਥੋਂ ਤੱਕ ਤੁਸੀਂ ਲਿਖਣੀ ਆ ਜਿੰਨੀ ਤੁਹਾਡੀ ਕਾਪੀ ਤੇ ਆ ਸਕਦੀ ਆ, ਜਾਂ ਜਿੰਨੀ ਕੁਐਸਚਨ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੱਸੀ ਹੋਵੇਗੀ। ਨੈਕਸਟ ਕੁਐਸਚਨ ਹੈ 6ਵੇਂ ਕੁਐਸਚਨ ਦੇ ਵਿੱਚ ਅਸੀਂ ਦੋ ਕੋਈ ਸੰਖਿਆਵਾਂ ਸਾਨੂੰ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਵਿਚਕਾਰ ਕਿੰਨੀਆਂ ਪੂਰਨ ਸੰਖਿਆਵਾਂ ਆ ਸਕਦੀਆਂ ਨੇ ਉਹਨਾਂ ਬਾਰੇ ਦੱਸਣਾ ਹੈ। ਜਾਂ ਤੇ ਤੁਸੀਂ 22 ਤੋਂ ਲੈ ਕੇ 43 ਤੱਕ ਸਾਰੀਆਂ ਗਿਣਤੀਆਂ ਲਿਖ ਲਓ ਤੇ ਉਹਨਾਂ ਨੂੰ ਗਿਣ ਲਓ, ਤਾਂ ਵੀ ਆਨਸਰ ਤੱਕ ਪਹੁੰਚ ਜਾਓਗੇ। ਜੇਕਰ ਵੱਡੀਆਂ ਸੰਖਿਆਵਾਂ ਹੋਣ, ਜਿਸ ਤਰ੍ਹਾਂ 1,22,000 ਹੋਏ, 1,43,000 ਹੋਏ ਜਾਂ 2,43,000 ਹੋਏ, ਫਿਰ ਕਿਵੇਂ ਤੁਸੀਂ ਕਰੋਗੇ? ਸਭ ਤੋਂ ਇੰਪੋਰਟੈਂਟ ਇੱਕ ਫਾਰਮੂਲਾ ਯਾਦ ਕਰ ਲਓ। ਵਿਚਕਾਰਲੀਆਂ ਸੰਖਿਆਵਾਂ ਪਤਾ ਕਰਨੀਆਂ ਹੋਣ, ਵੱਡੀ ਸੰਖਿਆ ਲਿਖ ਲਓ, ਉਹਦੇ ਵਿੱਚ ਛੋਟੀ ਸੰਖਿਆ ਘਟਾ ਲਓ,
ਫਿਰ ਉਹਦੇ ਵਿੱਚੋਂ ਫਿਰ ਇੱਕ ਘਟਾ ਲਓ। ਜਿਸ ਤਰ੍ਹਾਂ 43 ਦੇ ਵਿੱਚੋਂ 22 ਘਟਾ ਲਏ ਆਪਾਂ, ਸਾਡੇ ਕੋਲ ਆ ਗਿਆ 21। ਜੋ ਆਨਸਰ ਆਇਆ ਉਹਦੇ ਵਿੱਚੋਂ ਇੱਕ ਹੋਰ ਘਟਾ ਲਓ ਤੇ ਆਨਸਰ ਆ ਗਿਆ 20। ਟੋਟਲ ਤੁਸੀਂ ਇਹ ਸੰਖਿਆਵਾਂ ਨੂੰ ਗਿਣੋਗੇ ਵੀ ਤਾਂ ਵੀ ਸਾਡੇ ਕੋਲ ਆਉਣਗੀਆਂ 20 ਸੰਖਿਆਵਾਂ। ਜਦੋਂ ਵੀ ਕਿਸੇ ਸੰਖਿਆਵਾਂ ਦੇ ਦੋ ਸੰਖਿਆਵਾਂ ਦੇ ਵਿਚਕਾਰਲੀਆਂ ਸੰਖਿਆਵਾਂ ਲੱਭਣੀਆਂ ਨੇ, ਦੋਵਾਂ ਨੂੰ ਘਟਾਓ ਕਰ ਲੈਣਾ। ਜੋ ਵੀ ਆਨਸਰ ਆਏਗਾ ਉਹਦੇ ਚੋਂ ਫਿਰ ਇੱਕ ਘਟਾ ਦੇਣਾ ਤੁਸੀਂ, ਉਹ ਫਿਰ ਆ ਜਾਣਗੀਆਂ ਵਿਚਕਾਰਲੀਆਂ ਸੰਖਿਆਵਾਂ। ਹੁਣ ਸੰਖਿਆ ਰੇਖਾ ਤੇ ਜੋੜ ਘਟਾਓ ਕਰਨਾ ਸੀ, ਬਹੁਤ ਈਜ਼ੀ ਐਕਟੀਵਿਟੀ ਹੈਗੀ ਹੈ ਇਹ। ਤੁਸੀਂ ਕੀ ਕਰਨਾ ਹੈ, ਹਰ ਵਾਰੀ ਇੱਕ ਸੰਖਿਆ ਰੇਖਾ ਬਣਾ ਲੈਣੀ ਹੈ। ਬਣਾ ਲਈ ਸੰਖਿਆ ਰੇਖਾ, ਉੱਤੇ ਪ੍ਰੋਪਰ ਅਸੀਂ 0 1 2 3 ਤੁਸੀਂ ਜਿੰਨੇ ਮਰਜ਼ੀ ਤੁਸੀਂ ਕਾਊਂਟਿੰਗ ਲਿਖ ਸਕਦੇ ਹੋ। ਫਿਰ ਜੇ ਜਮਾ ਦਾ ਨਿਸ਼ਾਨ ਲਿਖਿਆ ਹੋਇਆ, ਹੁਣ ਅਸੀਂ ਕੀ ਕਰਨਾ ਹੈ, ਸਿੰਪਲ ਪਲੱਸ ਮਾਈਨਸ ਮਲਟੀਪਲਾਈ ਜਾਂ ਡਿਵਾਈਡ ਨਹੀਂ ਕਰਨਾ, ਅਸੀਂ ਸੰਖਿਆ ਰੇਖਾ ਬਣਾ ਕੇ ਫਿਰ ਅਸੀਂ ਉਹਨੂੰ ਸੰਖਿਆ ਰੇਖਾ ਦੇ ਉੱਤੇ ਹੀ ਦਰਸਾਉਣਾ ਹੈ। 3 2 ਹੈ, ਪਹਿਲੇ ਤੁਸੀਂ 0 ਤੋਂ ਸਟਾਰਟ ਕੀਤਾ, 3 ਕਦਮ ਸਿੱਧੇ ਹੀ ਚਲੇ ਗਏ, 3 ਕਦਮ ਤੁਸੀਂ ਅੱਗੇ ਚਲੇ ਗਏ, 3 ਅੱਗੇ 2 ਕਦਮ ਜਾਣੇ ਆ, 1 ਕਦਮ 2 ਕਦਮ, ਇਹ ਹੈਗੇ ਆ ਕਦਮਾਂ ਦੇ ਕਿ ਕਿੰਨੇ ਕਦਮ ਅਸੀਂ ਅੱਗੇ ਚੱਲਣਾ ਹੈ। 3 ਕਦਮ ਤੱਕ ਗਏ, ਫਿਰ 2 ਕਦਮ ਚੱਲੇ, ਕਿੱਥੇ ਪਹੁੰਚ ਗਏ 5 ਤੇ ਆਨਸਰ ਆ ਗਿਆ ਸਾਡੇ ਕੋਲ 5। ਦੁਬਾਰਾ ਸਮਝੋ, ਇਹਦੇ ਵਿੱਚ 4 ਜਮਾ 5 ਲਿਖਿਆ ਹੋਇਆ, 0 ਤੋਂ ਸਿੱਧੇ ਪਹਿਲੇ ਤੁਸੀਂ 4 ਤੱਕ ਜੰਪ ਕਰਨਾ ਹੈ, ਉਸ ਤੋਂ ਬਾਅਦ 5 ਛੋਟੇ ਛੋਟੇ ਕਦਮ ਲੈਣੇ ਆ। 5 ਦਾ ਮਤਲਬ ਹੈ ਛੋਟੇ ਛੋਟੇ 5 ਕਦਮ। ਦੇਖੋ ਕਿੱਥੇ ਪਹੁੰਚਦੇ ਹੋ, 3 4 5, ਕਿੱਥੇ ਪਹੁੰਚ ਗਏ 9 ਤੇ ਸਾਡਾ ਜਵਾਬ ਆ ਗਿਆ 9। ਵੈਸੇ ਤਾਂ ਸਾਨੂੰ ਪਤਾ ਹੀ ਹੈ 4 ਤੇ 5 9 ਹੁੰਦੇ ਨੇ, ਲੇਕਿਨ ਅਸੀਂ ਸੰਖਿਆ ਰੇਖਾ ਬਣਾ ਕੇ ਫਿਰ ਲਿਖਣਾ ਹੈ। ਇਸੇ ਤਰ੍ਹਾਂ 6 ਪਲੱਸ ਵਾਲੇ ਸਾਰੇ ਤੁਸੀਂ ਕਰ ਲੈਣੇ, 6 + 2। ਹੁਣ ਮਾਈਨਸ ਵਾਲੇ ਕਿਵੇਂ ਕਰਨਾ ਹੈ, ਮਾਈਨਸ ਵਾਲਾ ਦੇਖੋ, ਘਟਾਓ ਵਾਲਾ ਕਿਵੇਂ ਕਰਾਂਗੇ, ਪਹਿਲੇ ਤਾਂ ਸਿੱਧੇ ਹੀ ਅਸੀਂ 8 ਤੇ ਪਹੁੰਚ ਗਏ, ਇੱਕ 0 ਤੋਂ ਸਿੱਧੀ ਛਾਲ ਮਾਰੀ 8 ਤੇ ਪਹੁੰਚ ਗਏ, ਆਪਣੇ ਪੈਨਸਿਲ ਨੂੰ ਜਾਂ ਪੈਨ ਨੂੰ 8 ਤੱਕ ਲੈ ਗਏ। ਹੁਣ ਮਾਈਨਸ ਦਾ ਨਿਸ਼ਾਨ ਹੈ, ਇੱਥੇ ਹੈਗਾ ਸਾਡੇ ਕੋਲ ਮਾਈਨਸ ਦਾ ਨਿਸ਼ਾਨ, ਤੇ ਬੱਚਿਓ ਮਾਈਨਸ ਦਾ ਮਤਲਬ ਹੈ ਖੱਬੇ ਪਾਸੇ ਨੂੰ ਆ ਜਾਓ, ਪਿੱਛੇ ਨੂੰ। ਜਦੋਂ ਅਸੀਂ ਪਲੱਸ ਕਰਨਾ ਆ ਤੇ ਸੱਜੇ ਵਾਲੇ ਪਾਸੇ ਰਾਈਟ ਸਾਈਡ ਜਾਣਾ ਹੈ। ਜਦੋਂ ਅਸੀਂ ਮਾਈਨਸ ਦਾ ਨਿਸ਼ਾਨ ਹੈ ਤੇ ਜਿੱਥੇ ਪਹੁੰਚ ਗਏ ਉੱਥੋਂ ਅਸੀਂ ਖੱਬੇ ਪਾਸੇ ਲੈਫਟ ਸਾਈਡ ਤੇ ਮੂਵ ਕਰ ਲੈਣਾ। ਜਿੰਨੇ ਕਦਮ ਲਿਖਿਆ ਹੋਇਆ -3 ਹੈ ਤੇ 3 ਕਦਮ ਪਿੱਛੇ ਨੂੰ ਆ ਗਏ, ਕਿੱਥੇ ਪਹੁੰਚ ਗਏ 5 ਤੇ 5 ਸਾਡਾ ਆਨਸਰ ਆਏਗਾ। ਇਸੇ ਤਰ੍ਹਾਂ 7 - 4 ਹੈ, 7 ਤੇ ਪਹੁੰਚ ਗਏ, 4 ਕਦਮ ਪਿੱਛੇ ਨੂੰ ਆ ਗਏ। ਜਦੋਂ 4 ਕਦਮ ਪਿੱਛੇ ਨੂੰ ਆਵਾਂਗੇ ਆਪਣੇ ਆਪ ਅਸੀਂ ਪਹੁੰਚਾਂਗੇ 3 ਤੇ ਇਹਦਾ ਆਨਸਰ ਹੋਏਗਾ 3। ਹੁਣ ਮੈਂ ਤੁਹਾਨੂੰ ਮਲਟੀਪਲਾਈ ਵਾਲਾ ਸਿਖਾ ਦਿੰਨੀ ਆ। ਮਲਟੀਪਲਾਈ ਵਾਲਾ ਹੈਗਾ ਸਾਡੇ ਕੋਲ ਜਿਵੇਂ ਕਿ 2 × 5। 5 ਕਦਮਾਂ ਦੇ, ਦੇਖੋ ਇਹਦਾ ਮਤਲਬ ਕੀ ਹੈ, 5 ਕਦਮਾਂ ਦੇ 2 ਸਟੈਪ ਲੈਣੇ ਆ। 2 ਮਤਲਬ ਛਾਲਾਂ ਮਾਰਨੀਆਂ ਨੇ, ਜੰਪ ਕਰਨਾ ਹੈ। ਪਹਿਲਾ ਹੈਗਾ ਜੰਪ, ਅਗਲਾ ਹੈਗਾ ਕਿੰਨੇ ਕਦਮਾਂ ਦਾ ਜੰਪ। ਜੰਪ ਕਰਨਾ 2 ਵਾਰੀ, ਕਿੰਨੇ ਕਦਮ ਦਾ 5 ਕਦਮ ਦਾ। ਦੇਖੋ ਅਸੀਂ ਕਿੱਥੇ ਪਹੁੰਚਾਂਗੇ, 0 ਤੋਂ ਸਟਾਰਟ ਕੀਤੇ, 5 ਕਦਮਾਂ ਦੀ ਇੱਕ ਛਾਲ ਮਾਰੀ, ਅਗਲੇ 5 ਕਦਮਾਂ ਦੀ ਦੂਸਰੀ ਛਾਲ, ਕਿੱਥੇ ਪਹੁੰਚ ਗਏ 10 ਤੇ ਸਾਡਾ ਆਨਸਰ ਆ ਜਾਏਗਾ 10। ਇਸੇ ਤਰ੍ਹਾਂ 3 ਤੇ 4, 3 ਵਾਰੀ ਜੰਪ ਕਰਨਾ ਹੈ, 4 ਕਦਮ 4 ਕਦਮ ਲੈ ਕੇ, 4 ਕਦਮ ਦਾ ਇੱਕ ਛਾਲ, 4 ਕਦਮ ਦੀ ਦੂਸਰੀ ਛਾਲ, 4 ਕਦਮ ਦੀ ਤੀਸਰੀ ਛਾਲ, ਤੇ ਫਿਰ ਅਸੀਂ ਕਿੱਥੇ ਪਹੁੰਚ ਗਏ 12 ਤੇ। ਇਹ ਸੀਗਾ ਮਲਟੀਪਲਾਈ ਕਰਨਾ। ਇਸ ਵੀਡੀਓ ਨੂੰ ਪੌਜ਼ ਕਰਕੇ ਦੁਬਾਰਾ ਸਾਰੇ ਕੁਐਸਚਨ ਜਿਹੜੇ ਆ ਆਪਣੇ ਆਪ ਸੋਲਵ ਕਰਿਓ। ਹੁਣ 9 ਤੇ 3 ਹੈਗਾ, ਡਿਵਾਈਡ ਕਰਨਾ। ਹੁਣ ਡਿਵਾਈਡ ਕਿਵੇਂ ਕਰਨਾ, ਅਸੀਂ ਸਿੱਧਾ ਤੇ ਪਹਿਲੇ ਬੱਚੇ 9 ਤੇ ਪਹੁੰਚ ਜਾਣਾ, 9 ਤੇ ਪਹੁੰਚ ਗਏ ਅਸੀਂ। ਉਸ ਤੋਂ ਬਾਅਦ ਵਾਪਿਸ ਆਣਾ, ਅਸੀਂ ਡਿਵਾਈਡ ਦੇ ਵਿੱਚ ਕੀ ਕਰਨਾ, ਅਸੀਂ ਖੱਬੇ ਪਾਸੇ ਵਾਪਿਸ ਆਉਣਾ ਹੈ। ਜਿਸ ਤਰ੍ਹਾਂ ਅਸੀਂ ਮਾਈਨਸ ਵਿੱਚ ਖੱਬੇ ਪਾਸੇ ਆਉਂਦੇ ਸੀ ਨਾ, ਇਸੇ ਤਰ੍ਹਾਂ ਖੱਬੇ ਪਾਸੇ ਆਉਣਾ ਵਾਪਿਸ। ਕਿ 0 ਤੋਂ ਸਟਾਰਟ ਕਰਕੇ ਇੱਕ ਵੱਡੀ ਜਿਹੀ ਛਾਲ ਮਾਰ ਲਈ, 9 ਤੇ ਗਏ, ਫਿਰ ਅਸੀਂ ਕਰਨਾ, ਆ ਦੇਖੋ 3 ਕਦਮਾਂ ਦੀਆਂ ਛਾਲਾਂ ਮਾਰਨੀਆਂ, 1 2 3, ਪਹਿਲੀ ਛਾਲ, ਦੂਸਰੀ ਛਾਲ, ਤੀਸਰੀ ਛਾਲ। ਕਿਦੋਂ ਤੱਕ ਛਾਲਾਂ ਮਾਰਦੇ ਜਾਣਾ, ਜਦ ਤੱਕ ਅਸੀਂ ਫਿਰ 0 ਤੇ ਨਹੀਂ ਪਹੁੰਚਦੇ। 3 ਕਦਮਾਂ ਦੀਆਂ ਛਾਲਾਂ ਬਣਾ ਲਈਆਂ ਤੇ ਕਿੰਨੀ ਵਾਰੀ ਛਾਲ ਵੱਜੀ ਹੈ 1 2, ਕਿੰਨੀ ਵਾਰੀ ਜੰਪ ਕੀਤਾ 3 ਵਾਰੀ, ਸਾਡਾ ਆਨਸਰ ਆ ਗਿਆ 3। 12 ÷ 4, ਪਹਿਲੇ ਸਿੱਧੇ ਅਸੀਂ 0 ਤੋਂ ਗਏ, ਵੱਡੀ ਛਾਲ ਮਾਰ ਕੇ 12 ਤੱਕ, ਠੀਕ ਹੈ। ਹੁਣ 4 ਕਦਮਾਂ ਦੀਆਂ ਛਾਲਾਂ ਮਾਰਨੀਆਂ ਤੇ ਫਿਰ 0 ਤੇ ਪਹੁੰਚਣਾ ਹੈ। 4 ਕਦਮ ਕਿੱਥੇ ਹੋਏ 1 2 3 4, ਪਹਿਲੀ ਛਾਲ, ਫਿਰ 4 ਕਦਮ ਦੀ ਦੂਸਰੀ ਛਾਲ, ਫਿਰ 4 ਕਦਮ ਦੀ ਤੀਸਰੀ ਛਾਲ, ਤੇ ਜਿੱਥੋਂ ਅਸੀਂ ਸਟਾਰਟ ਕੀਤਾ ਸੀਗਾ ਉੱਥੇ ਪਹੁੰਚ ਗਏ। ਕਿੰਨੀ ਵਾਰੀ ਜੰਪ ਕੀਤਾ 3 ਵਾਰੀ, ਤੇ ਆਨਸਰ ਆ ਜਾਏਗਾ 3। ਇਹ ਬੱਚਿਓ ਬੜੀਆਂ ਹੀ ਇੰਪੋਰਟੈਂਟ ਤੇ ਇੰਟਰਸਟਿੰਗ ਜੇ ਕੁਐਸਚਨਸ ਨੇ,
ਇਹ ਸਿਰਫ ਐਕਟੀਵਿਟੀ ਵਾਂਗੂ ਤੁਸੀਂ ਬਣਾ ਸਕਦੇ ਹੋ। ਅਗਲਾ ਕੁਐਸਚਨ ਹੈਗਾ, ਅਸੀਂ ਵੱਡਾ ਛੋਟਾ ਲੱਭਣਾ ਆ। ਦੋ ਸਾਨੂੰ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਇਹੋ ਜਿਹੇ ਅਸੀਂ ਨਿਸ਼ਾਨ ਲਗਾਉਣੇ ਆ। ਇਹ ਤੁਹਾਨੂੰ ਪਤਾ ਹੋਏਗਾ ਕਿ ਇਹ ਜਿਹੜਾ ਹੁੰਦਾ ਨਿਸ਼ਾਨ, ਇਹਨੂੰ ਅਸੀਂ ਕਹਿੰਦੇ ਹਾਂ ਲੈਸ ਦੈਨ, ਛੋਟਾ ਹੈ, ਲੈਸ ਦੈਨ। ਔਰ ਇਹ ਵਾਲੇ ਨਿਸ਼ਾਨ ਨੂੰ ਅਸੀਂ ਕਹਿੰਦੇ ਹਾਂ ਗ੍ਰੇਟਰ ਦੈਨ, ਵੱਡਾ ਹੈ। ਹੁਣ ਇੱਕ ਪਾਸੇ 25 ਲਿਖਿਆ ਹੋਇਆ, ਇੱਕ ਪਾਸੇ 205 ਲਿਖਿਆ ਹੋਇਆ, ਤੇ 25 ਛੋਟਾ ਹੈ। ਛੋਟੇ ਵਾਲਾ ਨਿਸ਼ਾਨ ਫਿਰ ਅਸੀਂ ਕਿਹੜਾ ਲਗਾਵਾਂਗੇ? ਇਹ ਵਾਲਾ ਨਿਸ਼ਾਨ ਲਗਾਵਾਂਗੇ, ਲੈਸ ਦੈਨ ਵਾਲਾ। 25 ਛੋਟਾ ਹੈ 205 ਨਾਲੋਂ, ਤੇ ਅਸੀਂ ਛੋਟੇ ਵਾਲਾ ਨਿਸ਼ਾਨ ਲਗਾਤਾ। 170 ਵੱਡਾ ਹੈ 107 ਨਾਲੋਂ, ਵੱਡਾ ਹੈ ਤੇ ਵੱਡੇ ਵਾਲਾ ਵਾਲਾ ਨਿਸ਼ਾਨ ਹੈਗਾ, ਗ੍ਰੇਟਰ ਵਾਲਾ, ਤੇ ਵੱਡੇ ਵਾਲਾ ਅਸੀਂ ਕਿਹੜਾ ਨਿਸ਼ਾਨ ਲਗਾਵਾਂਗੇ? ਇਹ ਵਾਲਾ ਨਿਸ਼ਾਨ ਲਗਾ ਲਾਂਗੇ। ਜਾਂ ਬੱਚੇ ਇੱਕ ਹੋਰ ਤਰੀਕਾ ਹੈਗਾ, ਜਿਹੜੀ ਸਾਈਡ ਤੇ ਇਹ ਮੂੰਹ ਖੁੱਲਾ ਹੁੰਦਾ ਆ ਇੱਕ ਐਰੋ ਹੈ, ਤੀਰ ਹੈ, ਤੀਰ ਦਾ ਨਿਸ਼ਾਨ ਜਿੱਧਰ ਖੁੱਲਾ ਹੋਇਆ ਵਾ ਉਧਰ ਅਸੀਂ ਵੱਡੀ ਰਕਮ ਲਿਖਦੇ ਹਾਂ, ਗ੍ਰੇਟਰ ਮਤਲਬ ਵੱਡੀ ਸੰਖਿਆ। ਔਰ ਜਿੱਧਰ ਇਹਦੀ ਚੁੰਝ ਹੁੰਦੀ ਹੈ, ਨੁੱਕਰ ਹੁੰਦੀ ਹੈ, ਉੱਥੇ ਅਸੀਂ ਲਿਖਦੇ ਹਾਂ ਛੋਟੀ ਸੰਖਿਆ। ਹੁਣ ਜੇ ਇੱਥੇ ਵੱਡੀ ਸੰਖਿਆ ਲਿਖੀ ਹੈ ਤੇ ਓਬਵੀਅਸਲੀ ਇਹਦਾ ਮੂੰਹ ਕਿੱਧਰ ਆਏਗਾ? ਖੁੱਲੇ ਵਾਲਾ ਮੂੰਹ ਕਿੱਧਰ ਆਏਗਾ? ਵੱਡੇ ਵਾਲੇ ਪਾਸੇ। ਹੁਣ ਇਹਨਾਂ ਦੋਨਾਂ ਦੇ ਵਿੱਚ ਵੱਡੀ ਕਿਹੜੀ ਸੰਖਿਆ ਹੈ? ਆਹ ਵਾਲੀ। ਤੇ ਉਧਰ ਵਾਲੇ ਪਾਸੇ ਅਸੀਂ ਮੂੰਹ ਖੁੱਲਾ ਰੱਖ ਕੇ ਆਪਣਾ ਜਿਹੜਾ ਢੁਕਵਾਂ ਨਿਸ਼ਾਨ ਲਗਾ ਦੇਣਾ। ਇਹ ਸੀਗੇ ਸਾਡੇ ਕੁਐਸਚਨਸ ਐਕਸਰਸਾਈਜ਼ 2.1 ਦੀ। ਥੈਂਕ ਯੂ ਸੋ ਮਚ ਫॉर ਵਾਚਿੰਗ।